ਜਦੋਂ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਇੱਕ ਬਿਆਨ ਦਿੱਤਾ ਜਾਂਦਾ ਕਿ ਸਰਕਾਰ ਦੇ ਦਿੱਤੇ ਜ਼ਖਮਾਂ ਨੂੰ ਹਲੇ ਤੱਕ ਨਹੀਂ ਭੁਲਾਇਆ ਜਾ ਸਕਦਾ। ਸੋ ਇਸ ਦੇ ਬਾਰੇ ਕੀ ਕਹੋਗੇ? ਖਾਲਿਸਤਾਨ ਦੇ ਨਾਰੇ ਵੀ ਲਗਾਏ ਜਾਂਦੇ ਨੇ ਜਦੋਂ ਅਰਦਾਸ ਹੋ ਜਾਂਦੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਵਿਖੇ ਨੌਜਵਾਨ ਜਿਹੜੇ ਉੱਥੇ ਮੌਜੂਦ ਹੁੰਦੇ ਨੇ। ਇਸ ਨੂੰ ਕਿਵੇਂ ਦੇਖੋਗੇ ਕਿ ਖਾਲਿਸਤਾਨ ਜ਼ਿੰਦਾਬਾਦ ਉੱਥੇ ਅੰਦਰ ਹੀ ਨਾਰੇ ਲਗਾਏ ਜਾਂਦੇ ਨੇ, ਉਹਨਾਂ ਨੂੰ ਰੋਕਿਆ ਨਹੀਂ ਜਾਂਦਾ? ਸਿੱਖਾਂ ਦੇ ਮਨ ਦੀ ਹਿਰਦਿਆਂ ਦੀ ਜਿਹੜੀ ਇਹ ਵੇਦਨਾ ਵਾ ਕਿ ਉਹਨੂੰ ਭੁਲਾ ਨਹੀਂ ਸਕਦੇ ਹੈਗੇ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੋ ਸਰਕਾਰਾਂ ਨੇ ਸਾਨੂੰ ਕਸ਼ਟ ਦਿੱਤੇ ਨੇ ਜਾਂ ਜਿਹੜੀ ਅਜਿਹਾ ਜਿਹੜਾ ਇੱਕ ਹਿਸਾਬ ਦਾ ਆਪਾਂ ਕਹਿੰਦੇ ਆ ਵੀ ਖਾਈ ਪੈ ਗਈ ਆ, ਉਹਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਤੇ ਇਹ ਜਿਹੜੀਆਂ ਦੂਰੀਆਂ ਵਾ ਜਾਂ ਜਿਹੜੀਆਂ ਇਹ ਸਿੱਖਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਹੀ ਜਿਹੜੀ ਜ਼ਖਮ ਅੱਲੇ ਹੀ ਰਹਿਣੇ ਨੇ, ਸਾਡਾ ਇਹ ਭਰਨੇ ਨਹੀਂ ਗਏ। ਵੀ ਜਿਹੜੀ ਬਲੂ ਸਟਾਰ ਆਪਰੇਸ਼ਨ ਦੀ ਘਟਨਾ ਸੀ ਬਹੁਤ ਵੱਡੀ ਘਟਨਾ ਸੀਗੀ। ਉਸ ਤੋਂ ਬਾਅਦ ਸਿੱਖਾਂ ਨੂੰ ਇੱਕ ਮੰਚ 'ਤੇ ਆਉਣਾ ਚਾਹੀਦਾ ਸੀਗਾ ਤੇ ਵਿਚਾਰਨਾ ਸੋਚਣਾ ਚਾਹੀਦਾ ਸੀਗਾ। ਜਿਹੜੀਆਂ ਆਪਦੇ ਵਿੱਚ ਕਮੀਆਂ ਘਾਟਾਂ ਸੀਗੀਆਂ ਉਹਨਾਂ ਨੂੰ ਲੈ ਕੇ ਵੀ ਗੱਲ ਕਰਨੀ ਚਾਹੀਦੀ ਸੀ, ਵਿਚਾਰ ਮੰਥਨ ਹੋਣਾ ਚਾਹੀਦਾ ਸੀ। ਪਰ ਉਸ ਤੋਂ ਬਾਅਦ ਵੀ ਇੰਨਾ ਨੁਕਸਾਨ ਉਠਾਉਣ ਦੇ ਬਾਅਦ ਵੀ ਕੋਈ ਇਹੋ ਜਿਹਾ ਮੰਚ ਜਿਹੜਾ ਨਹੀਂ ਬਣ ਸਕਿਆ। ਥੋੜਾ ਟਾਈਮ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਹੀ ਬੰਬ ਧਮਾਕੇ ਵੀ ਹੁੰਦੇ ਨੇ, ਕੁਝ ਦਿਨ ਪਹਿਲਾਂ ਹੀ ਅਫਵਾਹਾਂ ਵੀ ਉੱਡਦੀਆਂ ਨੇ ਕਿ ਦੁਬਾਰਾ ਤੋਂ ਬੰਬ ਧਮਾਕਾ ਹੋਣ ਵਾਲਾ। ਉਸ ਚੀਜ਼ ਦਾ ਅਸਰ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਹੋਇਆ ਜਾਂ ਅੱਜ ਦੇ ਦਿਨ ਘੱਟ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਜਾਂ ਸ਼ਰਧਾਲੂ ਪਹੁੰਚ ਰਹੇ? ਕਈ ਵਾਰ ਇਹ ਹੁੰਦਾ ਵੀ ਜਿਨ੍ਹਾਂ ਨੇ ਸ਼ਰਾਰਤ ਕਰਨੀ ਹੁੰਦੀ ਹੈ ਜੀ ਉਹ ਕਈ ਵਾਰ ਕਮਜ਼ੋਰ ਕੜੀ ਦੇਖਦੇ ਆ ਵੀ ਅੰਮ੍ਰਿਤਸਰ ਦੇ ਵਿੱਚ ਇਹ ਘੱਲੂਘਾਰਾ ਦਿਵਸ ਮਨਾਇਆ ਜਾਣਾ ਵਾ, ਉੱਤੇ ਸਾਰੇ ਸੁਰੱਖਿਆ ਦੇ ਪ੍ਰਬੰਧ ਆ ਜਿਹੜੇ ਆ ਸਖਤ ਆ, ਪੁਖਤਾ ਪ੍ਰਬੰਧ ਆ। ਜੇ ਕਿਸੇ ਹੋਰ ਸ਼ਹਿਰ ਦੇ ਵਿੱਚ ਘਾਟਾ ਤਾਂ ਉੱਥੇ ਕੋਈ ਵਾਰਦਾਤ ਕਰਦੀ। ਸਤਿ ਸ਼੍ਰੀ ਅਕਾਲ ਦਾ ਟੀਵੀ NRI ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅੰਜਲੀ। ਅੱਜ 6 ਜੂਨ ਦਾ ਦਿਨ ਹੈ। 6 ਜੂਨ 1984 ਆਪਰੇਸ਼ਨ ਬਲੂ ਸਟਾਰ ਭਾਰਤ ਦੇ ਲਈ, ਪੰਜਾਬ ਦੇ ਲਈ ਇੱਕ ਅਹਿਮ ਦਿਨ ਮੰਨਿਆ ਜਾਂਦਾ ਹੈ ਤੇ ਅੱਜ 39ਵੀਂ ਬਰਸੀ ਜਿਹੜੀ ਹੈ ਮਨਾਈ ਜਾ ਰਹੀ ਹੈ ਭਾਰਤ ਦੇ ਵਿੱਚ। ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋ ਰਹੀਆਂ ਨੇ। ਸੋ ਅੱਜ ਇਸੇ ਹੀ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੰਤੋਖ ਸਿੰਘ ਪੰਨੂ ਜੀ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਸਰ ਅੱਜ ਦਾ ਹੀ ਦਿਨ ਕਹਿ ਲਈਏ 6 ਜੂਨ 1984 ਆਪਰੇਸ਼ਨ ਬਲੂ ਸਟਾਰ, ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਆਖਿਰਕਾਰ ਇਹ ਪੂਰਾ ਦਿਨ ਕਿਉਂ ਅਹਿਮ ਹੈ, ਕਿਉਂ ਇਹ ਜਿਹੜੀ ਬਰਸੀ ਮਨਾਈ ਜਾ ਰਹੀ ਹੈ ਔਰ ਇੰਪੋਰਟੈਂਟ ਡੇ ਦੇ ਬਾਰੇ ਜਾਣਕਾਰੀ ਦਿਓ। ਬਿਲਕੁਲ ਜੀ, ਜਿਹੜਾ ਬਲੂ ਸਟਾਰ ਆਪਰੇਸ਼ਨ ਹੈ ਇਹ ਵੈਸੇ ਤਾਂ 1 ਜੂਨ ਤੋਂ ਹੀ ਸ਼ੁਰੂ ਹੋ ਗਿਆ ਸੀ, ਕਾਰਵਾਈ ਸ਼ੁਰੂ ਹੋ ਗਈ ਸੀਗੀ। ਉਸ ਦਿਨ ਤੋਂ ਹੀ ਜਿਹੜੀ ਗੋਲਾਬਾਰੀ ਸ਼ੁਰੂ ਹੋ ਗਈ ਸੀਗੀ ਆਪਸ ਦੇ ਵਿੱਚ। ਇਹ ਚੱਲਦਿਆਂ ਜਿਹੜੀ 6 ਜੂਨ ਆ ਇਹ ਸਿਖਰ ਸੀਗੀ, ਕਿਉਂਕਿ ਪਹਿਲਾਂ ਵੀ ਗੋਲੀ ਚੱਲਦੀ ਰਹੀ ਫੌਜ ਵੱਲੋਂ ਜਦੋਂ ਘੇਰਾ ਪਾ ਲਿਆ 4 ਜੂਨ ਨੂੰ 5 ਜੂਨ ਨੂੰ ਵੀ, ਤੇ ਬਹੁਤ ਸਾਰੇ ਸਿੰਘ ਪਹਿਲਾਂ ਵੀ ਸ਼ਹੀਦ ਹੋ ਗਏ। ਬਹੁਤ ਸਾਰੇ ਜਿਹੜੇ ਸ਼ਰਧਾਲੂ ਆਏ ਸੀ ਉੱਥੇ ਵੀ 6 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਨੇ ਉਹ ਵੀ ਸ਼ਹੀਦ ਹੋ ਜਾਂਦੇ ਨੇ। ਅਕਾਲ ਤਖਤ ਸਾਹਿਬ ਦੇ ਲਾਗੇ ਜਿੱਥੇ ਨਿਸ਼ਾਨ ਸਾਹਿਬ ਨੇ ਦੋ, ਉਹਨਾਂ ਦੇ ਲਾਗੇ ਉਹਨਾਂ ਦੀ ਸ਼ਹੀਦੀ ਹੁੰਦੀ ਆ। ਉਦੋਂ ਇਹ ਸੀ ਵੀ 6 ਜੂਨ ਨੂੰ ਤਕਰੀਬਨ ਲਗਭਗ ਜਿਹੜੀ ਭਾਰਤੀ ਫੌਜ ਆ ਉਹ ਮੋਰਚੇ ਫਤਿਹ ਕਰ ਲੈਂਦੀ ਆ। ਅਕਾਲ ਤਖਤ ਤੇ ਵੀ ਉਹਨਾਂ ਦਾ ਕਬਜ਼ਾ ਹੋ ਜਾਂਦਾ ਵਾ ਤੇ ਕੁਝ ਛੋਟੇ ਮੋਟੇ ਜਿਹੜੇ ਮੋਰਚੇ ਆ ਉਹੀ ਰਹਿ ਜਾਂਦੇ। ਤਕਰੀਬਨ ਲਗਭਗ ਉਹਨਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮੁਕੰਮਲ ਜਿਹੜੇ ਆਪਣੀ ਸੀਗੀ ਫੌਜ ਨੇ ਕਬਜ਼ਾ ਕਰ ਲਿਆ ਸੀਗਾ। ਇਸ ਕਰਕੇ ਜਿਹੜਾ 6 ਜੂਨ ਉਦੋਂ ਉਸ ਦਿਨ ਬਹੁਤ ਜ਼ਿਆਦੀਆਂ ਸ਼ਹੀਦੀਆਂ ਹੁੰਦੀਆਂ ਨੇ, ਜਿਹੜੀਆਂ ਸਿੱਖ ਸੰਗਤਾਂ ਆਈਆਂ ਹੋਈਆਂ, ਜਿਹੜੇ ਪ੍ਰਮੁੱਖ ਜਿਹੜੇ ਉੱਥੇ ਖਾੜਕ ਹੁੰਦੇ ਨੇ ਉਹਨਾਂ ਦੀਆਂ ਵੀ ਸ਼ਹੀਦੀਆਂ ਹੁੰਦੀਆਂ। ਇਸ ਕਰਕੇ ਜਿਹੜਾ 6 ਜੂਨ ਉਸ ਦਿਨ ਜਿਹੜਾ ਸਾਰੇ ਜਿਹੜੇ ਸਿੱਖ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਹਦੀ ਯਾਦ ਵਜੋਂ ਮਨਾਉਂਦੇ ਨੇ, ਕਿਉਂਕਿ ਬਹੁਤ ਵੱਡਾ ਘੱਲੂਘਾਰਾ ਸੀ ਇੱਕ, ਜਿਹਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਫੌਜ ਦਾ ਹਮਲਾ ਹੋਣਾ, ਸ੍ਰੀ ਅਕਾਲ ਤਖਤ ਸਾਹਿਬ ਦਾ ਢਹਿਣਾ, ਕਿਉਂਕਿ ਸਾਰੇ ਜਿਹੜੇ ਅਕਾਲ ਤਖਤ ਨੂੰ ਸਿੱਖ ਜਿਹੜੇ ਨੇ ਨਤਮਸਤਕ ਹੁੰਦੇ ਨੇ। ਤੇ ਇੱਕ ਹਿਸਾਬ ਦਾ ਜਿਸ ਤਰ੍ਹਾਂ ਵੈਟੀਕਨ ਸਿਟੀ ਆ ਕ੍ਰਿਸਚੀਅਨਾਂ ਦਾ, ਇਸੇ ਤਰ੍ਹਾਂ ਹੀ ਜਿਹੜਾ ਹਰਿਮੰਦਰ ਸਾਹਿਬ ਆ ਸਿੱਖਾਂ ਦੇ ਵਾਸਤੇ, ਉਸ 'ਤੇ ਐਡਾ ਵੱਡਾ ਹਮਲਾ ਹੋਣਾ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਇਤਿਹਾਸ ਆ ਤੇ ਸਿੱਖਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਵੀ ਹੈ ਇਸ ਪ੍ਰਤੀ। ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿਖੇ ਜਾਂ
ਅਕਾਲ ਤਖਤ ਸਾਹਿਬ ਵਿਖੇ ਸੰਗਤਾਂ ਜਿਹੜੀਆਂ ਨੇ ਪਹੁੰਚ ਰਹੀਆਂ ਨੇ, ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਨੇ। ਸੁਰੱਖਿਆ ਪ੍ਰਬੰਧਾਂ ਦੀ ਅੱਜ ਗੱਲ ਕਰਾਂਗੇ ਕਿਉਂਕਿ ਅੱਜ ਅੰਮ੍ਰਿਤਸਰ ਜਿਹੜਾ ਸ਼ਹਿਰ ਪੂਰਾ ਬੰਦ ਵੀ ਸੀਗਾ, ਪਰ ਸੁਰੱਖਿਆ ਪ੍ਰਬੰਧ ਵੀ ਜਿਹੜੇ ਪੁਖਤਾ ਕੀਤੇ ਗਏ ਸਨ, ਉਸ ਦੇ ਬਾਰੇ ਕੀ ਕਹੋਗੇ? ਦੇਖੋ ਜੀ, ਕੁਝ ਸਮੇਂ ਤੋਂ ਜਿਹੜਾ ਦਲ ਖਾਲਸਾ ਵਾ ਉਹ ਹਮੇਸ਼ਾ ਕਾਲ ਦਿੰਦਾ ਵਾ ਅੰਮ੍ਰਿਤਸਰ ਬੰਦ ਦਾ, ਤੇ ਕਾਫੀ ਅੰਮ੍ਰਿਤਸਰ ਆਪਣੇ ਤੌਰ ਤੇ ਵੀ ਜਿਹੜੇ ਲੋਕ ਆ, ਦੁਕਾਨਾਂ, ਜਿਹੜੇ ਵਪਾਰਕ ਅਦਾਰੇ ਆ, ਬੰਦ ਰੱਖਦੇ ਆ। ਤੇ ਇਸ ਤੋਂ ਇਲਾਵਾ ਸਰਕਾਰ ਵੱਲੋਂ ਕਾਫੀ ਦਿਨਾਂ ਤੋਂ ਇਤਿਹਾਦ ਵਜੋਂ ਹਰ ਸਾਲ ਹੀ ਜਦੋਂ ਵੀ ਬਲੂ ਸਟਾਰ ਆਪਰੇਸ਼ਨ ਦੀ ਜਿਹੜਾ ਸਾਲਗਿਰਾ ਬਣਾਈ ਜਾਂਦੀ ਹੈ, ਉਦੋਂ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਸੁਰੱਖਿਆ ਫੋਰਸਾਂ ਵਾ ਉਹਨਾਂ ਦਾ ਘੇਰਾ ਤੰਗ ਕਰ ਦਿੱਤਾ ਜਾਂਦਾ, ਗਸ਼ਤ ਵੀ ਵਧਾ ਦਿੱਤੀ ਜਾਂਦੀ ਆ, ਥਾਂ ਥਾਂ ਤੇ ਜਿਹੜੇ ਨਾਕੇ ਲਾਏ ਜਾਂਦੇ ਨੇ ਤਾਂ ਕਿ ਕੋਈ ਅਣਸਖਾਵੀ ਘਟਨਾ ਨਾ ਵਾਪਰੇ। ਕਿਸ ਦਾ ਸਰਕਾਰ ਨੂੰ ਡਰ ਵੀ ਹੁੰਦਾ, ਖਾਸਾ ਵੀ ਹੁੰਦਾ ਕਿ ਸੰਗਤਾਂ ਨੇ ਇਕੱਠਿਆਂ ਹੋਣਾ, ਤੇ ਕਈ ਵਾਰ ਕਈ ਹੁੰਦਾ ਵੀ ਗਲਤ ਅਨਸਰ ਵੀ ਸੰਗਤਾਂ ਦੇ ਵਿੱਚ ਆ ਜਾਂਦੇ ਨੇ, ਤੇ ਜੇ ਕੋਈ ਘਟਨਾ ਵਾਪਰ ਜੇ ਤੇ ਉਹਦਾ ਖਮਿਆਜਾ ਸੰਗਤਾਂ ਨੂੰ ਵੀ ਸਰਕਾਰਾਂ ਨੂੰ ਵੀ ਲੰਬੇ ਸਮੇਂ ਤੱਕ ਭੁਗਤਣਾ ਪੈਂਦਾ। ਇਸ ਕਰਕੇ ਅਹਤਿਆਤ ਦੇ ਤੌਰ ਤੇ ਪਹਿਲਾਂ ਹੀ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ। ਜਿੰਨੇ ਵੀ ਵੱਡੇ ਸ਼ਹਿਰ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਨਿਗਰਾਨੀ ਆ ਉਹ ਜ਼ਿਆਦਾ ਵਧਾ ਦਿੱਤੀ ਜਾਂਦੀ ਆ ਵੀ ਕੋਈ ਘਟਨਾ ਨਾ ਵਾਪਰ ਸਕੇ। ਜੀ, ਅੱਜ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ। ਜਦੋਂ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਇੱਕ ਬਿਆਨ ਦਿੱਤਾ ਜਾਂਦਾ ਕਿ ਸਰਕਾਰ ਦੇ ਦਿੱਤੇ ਜ਼ਖਮਾਂ ਨੂੰ ਹਲੇ ਤੱਕ ਨਹੀਂ ਭੁਲਾਇਆ ਜਾ ਸਕਦਾ। ਸੋ ਇਸ ਦੇ ਬਾਰੇ ਕੀ ਕਹੋਗੇ ਕਿ ਉਹ ਪੂਰਾ ਇੱਕ ਜਿਹੜਾ ਸਰਕਾਰ ਦੇ ਵੱਲੋਂ ਪੂਰਾ ਕੰਮ ਕੀਤਾ ਗਿਆ ਸੀ ਜਾਂ ਉਸ ਟਾਈਮ ਤੇ ਜਿਹੜਾ ਆਪਰੇਸ਼ਨ ਕੀਤਾ ਗਿਆ ਸੀ, ਉਸ ਦਾ ਅਸਰ ਅੱਜ ਵੀ ਸਿੱਖਾਂ ਦੇ ਦਿਲ ਦੇ ਵਿੱਚ ਹੈ? ਹਾਂ, ਬਿਲਕੁਲ। ਉਹ ਤਾਂ ਸ਼ਾਇਦ ਰਹਿੰਦੀ ਦੁਨੀਆ ਤੱਕ ਰਹੂਗਾ, ਸਿੱਖ ਕਦੀ ਭੁਲਾ ਨਹੀਂ ਸਕਣਗੇ ਕਿਉਂਕਿ ਬੜਾ ਵੱਡਾ ਜਿਹੜਾ ਦੁਖਦਾਈ ਜਿਹੜੀ ਘਟਨਾ ਵਾਪਰੀ ਆ ਬਲੂ ਸਟਾਰ ਆਪਰੇਸ਼ਨ, ਉਹ ਨਹੀਂ ਭੁਲਾਇਆ ਜਾ ਸਕਦਾ। ਤੇ ਇਸੇ ਕਰਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਂਦਾ ਵਾ, ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਵੀ ਉੱਥੇ ਵਿਚਾਰ ਵਟਾਂਦਰੇ ਕੀਤੇ ਜਾਣ। ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਫਿਰ ਕੌਮ ਨੂੰ ਜਿਹੜਾ ਸੰਦੇਸ਼ ਦੇਣਾ ਹੁੰਦਾ, ਉਹਦੇ ਵਿੱਚ ਇਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ। ਜੀ, ਖਾਲਿਸਤਾਨ ਦੇ ਨਾਰੇ ਵੀ ਲਗਾਏ ਜਾਂਦੇ ਨੇ ਜਦੋਂ ਅਰਦਾਸ ਹੋ ਜਾਂਦੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਵਿਖੇ ਨੌਜਵਾਨ ਜਿਹੜੇ ਉੱਥੇ ਮੌਜੂਦ ਹੁੰਦੇ ਨੇ। ਇਸ ਨੂੰ ਕਿਵੇਂ ਦੇਖੋਗੇ ਕਿ ਖਾਲਿਸਤਾਨ ਜ਼ਿੰਦਾਬਾਦ ਉੱਥੇ ਅੰਦਰ ਹੀ ਨਾਰੇ ਲਗਾਏ ਜਾਂਦੇ ਨੇ, ਉਹਨਾਂ ਨੂੰ ਰੋਕਿਆ ਨਹੀਂ ਜਾਂਦਾ? ਦੇਖੋ ਜੀ, ਵੈਸੇ ਤਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਬੋਲ ਰਹੇ ਸੀਗੇ ਜਦੋਂ ਨਾਰੇ ਲੱਗਦੇ ਨੇ, ਤੇ ਉਹਨਾਂ ਨੇ ਬੜੀਆਂ ਵੈਸੇ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ ਕਿਉਂਕਿ ਸਿੱਖਾਂ ਦੇ ਮਨ ਦੀ, ਹਿਰਦਿਆਂ ਦੀ ਜਿਹੜੀ ਇਹ ਵੇਦਨਾ ਵਾ ਕਿ ਉਹਨੂੰ ਭੁਲਾ ਨਹੀਂ ਸਕਦੇ ਹੈਗੇ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੋ ਸਰਕਾਰਾਂ ਨੇ ਸਾਨੂੰ ਕਸ਼ਟ ਦਿੱਤੇ ਨੇ ਜਾਂ ਜਿਹੜੀ ਅਜਿਹਾ ਜਿਹੜਾ ਇੱਕ ਹਿਸਾਬ ਦਾ ਆਪਾਂ ਕਹਿੰਦੇ ਆ ਵੀ ਖਾਈ ਪੈ ਗਈ ਆ, ਉਹਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਤੇ ਇਹ ਜਿਹੜੀਆਂ ਦੂਰੀਆਂ ਵਾ ਜਾਂ ਜਿਹੜੀਆਂ ਇਹ ਸਿੱਖਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਹੀ ਜਿਹੜੇ ਜ਼ਖਮ ਅੱਲੇ ਹੀ ਰਹਿਣੇ ਨੇ, ਸਾਡਾ ਇਹ ਭਰਨੇ ਨਹੀਂ ਗੇ। ਨਾਲ ਉਹਨਾਂ ਨੇ ਇੱਕ ਜਿਹੜੀ ਰੰਜਿਸ਼ ਸਿੱਖ ਸੰਗਤਾਂ ਦੇ ਨਾਲ ਵੀ ਗੱਲ ਸਾਂਝੀ ਕੀਤੀ ਆ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਵਾ ਇਹ ਦਿਹਾੜਾ ਵਾ ਮਨਾਉਣਾ ਚਾਹੀਦਾ। ਹੁਣ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ, ਜਿਹੜੀ ਦਮਦਮੀ ਟਕਸਾਲ ਆ ਉਹ ਚੌਂਕ ਮਹਿਤਾ ਵਿਖੇ ਬਣਾ ਰਹੀ ਆ, ਹੋਰ ਵੀ ਕਈ ਸੰਸਥਾਵਾਂ ਜਿਹੜੀਆਂ ਹੋ ਸਕਦਾ ਹੋਰ ਵੀ ਆਪਣੇ ਹਿਸਾਬ ਦੇ ਨਾਲ ਮਨਾ ਰਹੀਆਂ ਹੋਣ। ਤੇ ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਵੀ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਆ। ਵੈਸੇ ਤਾਂ ਚਾਹੀਦਾ ਸੀ ਵੀ ਜਿਹੜੀ ਬਲੂ ਸਟਾਰ ਆਪਰੇਸ਼ਨ ਦੀ ਘਟਨਾ ਸੀ, ਬਹੁਤ ਵੱਡੀ ਘਟਨਾ ਸੀਗੀ, ਉਸ ਤੋਂ ਬਾਅਦ ਸਿੱਖਾਂ ਨੂੰ ਇੱਕ ਮੰਚ 'ਤੇ ਆਉਣਾ ਚਾਹੀਦਾ ਸੀਗਾ ਤੇ ਵਿਚਾਰਨਾ ਸੋਚਣਾ ਚਾਹੀਦਾ ਸੀਗਾ। ਜਿਹੜੀਆਂ ਆਪਦੇ ਵਿੱਚ ਕਮੀਆਂ ਘਾਟਾਂ ਸੀਗੀਆਂ ਉਹਨਾਂ ਨੂੰ ਲੈ ਕੇ ਵੀ ਗੱਲ ਕਰਨੀ ਚਾਹੀਦੀ ਸੀ, ਵਿਚਾਰ ਮੰਥਨ ਹੋਣਾ ਚਾਹੀਦਾ ਸੀ। ਪਰ ਉਸ ਤੋਂ ਬਾਅਦ ਵੀ ਇੰਨਾ ਨੁਕਸਾਨ ਉਠਾਉਣ ਦੇ ਬਾਅਦ ਵੀ ਕੋਈ ਇਹੋ ਜਿਹਾ ਮੰਚ ਜਿਹੜਾ ਨਹੀਂ ਬਣ ਸਕਿਆ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀਆਂ ਕੋਈ ਆਪਦੀਆਂ ਮਜਬੂਰੀਆਂ ਹੋਣਗੀਆਂ, ਉਹ ਜਿਹੜਾ ਇਸ ਲਹਿਰ ਦੇ ਨਾਲੋਂ ਆਪਣੇ ਆਪ ਨੂੰ ਵੱਖ ਕਰਕੇ ਰੱਖਦੀ ਰਹੀ ਆ, ਉਸ ਹਿਸਾਬ ਨਾਲ ਇਹਨਾਂ ਨੇ ਮਾਨਤਾ ਨਹੀਂ ਸੀ ਦਿੱਤੀ। ਤੇ ਇਸ ਕਰਕੇ ਵੀ ਇਹ ਸਿੱਖਾਂ ਦਾ ਜਿਹੜਾ ਸ਼੍ਰੋਮਣੀ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣੀਆਂ ਨੇ, ਉਹਨਾਂ ਦੇ ਵਿੱਚ ਵੀ ਇਹ ਮਸਲੇ ਆਉਣੇ ਨੇ ਵੀ ਉੱਥੇ ਕੀ ਕੁਝ ਵਾਪਰਿਆ। ਬੜੀਆਂ ਵੱਡੀਆਂ ਘਟਨਾਵਾਂ ਸੀ, ਇੰਨੇ ਲੋਕਾਂ ਦਾ ਮਾਰੇ ਜਾਣਾ, ਤੇ ਉਹਦੇ ਬਾਰੇ ਕਿਸੇ ਕੋਲੇ ਵੀ ਕੋਈ ਅੰਕੜੇ ਨਹੀਂ ਹੈਗੇ ਤੇ ਨਾ ਕਿਸੇ ਨੇ ਕੋਈ ਕੋਸ਼ਿਸ਼ ਕੀਤੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀਗਾ। ਇਸ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਿਉਂਕਿ ਸਾਰਾ ਉਹਦਾ ਪ੍ਰਬੰਧ ਹੁੰਦਾ ਦਰਬਾਰ ਸਾਹਿਬ ਦੇ ਵਿੱਚ, ਤੇ ਕਈ ਵਾਰ ਇਸ ਕਰਕੇ ਰੰਜਿਸ਼ ਵਜੋਂ ਵੀ ਨਾਅਰੇ ਲੱਗ ਜਾਂਦੇ ਨੇ ਵੀ ਉਹ ਸ਼੍ਰੋਮਣੀ ਜਿੱਥੇ ਸਰਕਾਰਾਂ ਦੇ ਨਾਲ ਤਾਂ ਹੈ ਹੀ ਆ ਦੂਰੀਆਂ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕਰਦੀ ਆ ਵੀ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ, ਤੇ ਜਜ਼ਬਾਤ ਦੇ ਵਿੱਚ ਜਿਹੜੇ ਆਏ ਨੌਜਵਾਨ ਨੇ ਉਹ ਜਿਹੜੇ ਅਜਿਹੇ ਨਾਅਰੇ ਲਾ ਦਿੰਦੇ ਨੇ। ਹਾਲਾਂਕਿ ਜਿੰਨੀਆਂ ਸੰਸਥਾਵਾਂ ਨੇ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਦੀ ਇਹ ਗੱਲ ਨਹੀਂ ਕਹੀ ਹੈਗੀ ਤੇ ਉਹ ਤਾਂ ਇਸ ਗੱਲ ਤੋਂ ਵਰਦੀਆਂ ਨੇ ਵੀ ਉਹ ਨਾਰੇ ਨਹੀਂ ਲੱਗਣੇ ਚਾਹੀਦੇ। ਪਰ ਜਦੋਂ ਸੰਗਤਾਂ ਇਕੱਠੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਰੋਕਣਾ ਬੜਾ ਮੁਸ਼ਕਲ ਹੋ ਜਾਂਦਾ। ਕਿਸੇ ਇੱਕ ਦੇ ਨਹੀਂ ਵਸ ਦੀ ਗੱਲ ਨਹੀਂ ਹੁੰਦੀ ਤੇ ਨਾ ਕਈ ਵਾਰ ਉਹ ਜਿਹੜੀਆਂ ਸੰਸਥਾਵਾਂ ਦੇ ਮੁਖੀ ਅਪੀਲਾਂ ਬੇਨਤੀਆਂ ਕਰਦੇ ਨੇ ਉਹਨਾਂ ਨੂੰ ਮੰਨਦੇ ਨੇ। ਹਾਂ, ਸਰਕਾਰ ਨੂੰ ਜ਼ਰੂਰ ਜਿਹੜਾ ਵਾ ਇੱਕ ਮੌਕਾ ਮਿਲ ਜਾਂਦਾ ਵੀ ਵੇਖੋ ਜੀ ਉੱਥੇ ਤਾਂ ਖਾਲਿਸਤਾਨ ਮੰਗਦੇ ਨੇ, ਵੱਖਵਾਦੀ ਨੇ, ਅੱਤਵਾਦੀ ਨੇ, ਇਹੋ ਜਿਹਾ ਪ੍ਰਚਾਰ ਕਰਨ ਦਾ। ਹਾਲਾਂਕਿ ਜੇ ਉੱਥੇ ਮੰਨ ਲਓ ਕਿ ਬਹੁਤ ਹੀ ਵੱਡੀ ਉੱਥੇ ਲੱਖਾਂ ਦੇ ਵਿੱਚ ਕੋਈ ਗਿਣਤੀ 'ਚ ਸੰਗਤ ਨਹੀਂ ਹੈਗੀ, ਕੁਝ ਗਿਣਵੇਂ ਚੁਣਵੇਂ ਬੰਦੇ ਆ, ਜੇ ਉਹਨੇ ਕਿਨਾਰੇ ਲਾਉਂਦੇ ਨੇ ਤੇ ਉਹ ਸਾਰੀ ਸਿੱਖ ਕੌਮ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ ਹੁੰਦੇ। ਉਹ ਆਪਣਾ ਵਿਚਾਰ, ਆਪਣਾ ਮਨ ਆ। ਤੇ ਗਰਮ ਖਿਆਲੀ ਹਮੇਸ਼ਾ ਹੀ ਜਿਹੜੇ ਜਦੋਂ ਜੂਨ ਦੀ ਦਿਨ ਮਨਾਇਆ ਜਾਂਦਾ ਵਾ ਜਿਸ ਆਪਰੇਸ਼ਨ ਦੀ ਯਾਦ ਮਨਾਈ ਜਾਂਦੀ ਆ, ਉਦੋਂ ਇਕੱਤਰ ਹੋ ਜਾਂਦੇ ਨੇ ਤੇ ਇਹ ਜਿਹੜੀਆਂ ਨਾਰੇ ਨੇ ਤਕਰੀਬਨ ਜਿਹੜੇ ਲੱਗ ਜਾਂਦੇ ਨੇ। ਜੀ, ਗੱਲ ਕਰਾਂਗੇ SGPC ਚੋਣਾਂ ਦੀ, ਕਿਉਂਕਿ ਹੁਣ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਇਕੱਠਾ ਹੋ ਕੇ ਅਗਲੀ ਵਾਰ ਸਮਾਗਮ ਦੇ ਵਿੱਚ ਸ਼ਾਮਿਲ ਹੋਣ, ਪਰ ਇਸ ਵੇਲੇ ਚੋਣਾਂ ਵੀ ਆਉਣ ਵਾਲੀਆਂ ਨੇ, ਸੋ ਉਸ ਸਭ ਦਾ ਅਸਰ ਦੇਖਣ ਨੂੰ ਮਿਲਿਆ ਹੁਣ ਅੱਜ ਦੇ ਦਿਨ ਦੇ ਵਿੱਚ ਕਿ ਕੋਈ ਵੀ ਇਕੱਠਾ ਨਹੀਂ ਹੋਇਆ ਜਾਂ ਕੁਝ ਇੱਕ ਸਿੱਖ ਜਥੇਬੰਦੀਆਂ ਹੀ ਉਸ ਵੇਲੇ ਮੌਜੂਦ ਸਨ। ਹਾਂ ਬਿਲਕੁਲ, ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਉਹ ਵੀ ਬੋਲੇ ਨੇ ਤੇ ਉਹਨਾਂ ਨੇ ਉੱਥੇ ਇਹ ਗੱਲਬਾਤ ਕਹੀ ਵੀ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣ ਵਾਲੀਆਂ, ਲੋਕਾਂ ਨੂੰ ਸੱਦਾ ਵੀ ਦਿੱਤਾ ਵੀ ਆਪਦੇ ਹਿਸਾਬ ਨਾਲ ਜਿਹੜੀ ਚੰਗੇ ਵਧੀਆ ਧਾਰਮਿਕ ਬੰਦੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ। ਉਹਨਾਂ ਨੇ ਆਪਦੇ ਨੂੰ ਇੱਕ ਹਿਸਾਬ ਦਾ ਸੱਦਾ ਦਿੱਤਾ ਕਿ ਜਿਹੜਾ ਅਕਾਲੀ ਦਲ ਬਾਦਲ ਦਾ ਜਿਹੜਾ ਕਬਜ਼ਾ ਵਾ ਸ਼੍ਰੋਮਣੀ ਕਮੇਟੀ ਤੋਂ, ਉਹ ਜਿਹੜਾ ਗਲਬਾ ਵਾ ਲਾ ਦਿੱਤਾ ਜਾਵੇ। ਹੁਣ ਸੰਗਤਾਂ ਕਿਸ ਪਾਸੇ ਨੂੰ ਜਾਂਦੀਆਂ ਨੇ, ਕੀ ਸੋਚਦੀਆਂ ਨੇ ਜਾਂ ਕਿਹੋ ਜਿਹੇ ਬੰਦੇ ਅੱਗੇ ਲੈ ਕੇ ਆਉਂਦੀਆਂ, ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਇਉਂ ਲੱਗਦਾ ਵਾ ਵੀ ਜਿਵੇਂ ਜਿਹੜੀਆਂ ਸਿੱਖ ਸੰਗਤਾਂ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਮੇਟੀ ਆ, ਜਿਸ ਤਰ੍ਹਾਂ ਦੀ ਪਹਿਲਾਂ ਆਉਂਦੀ ਆ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ, ਉਸ ਨੂੰ ਆਪਣੇ ਗਲੋਂ ਲਾਉਣਾ ਚਾਹੁੰਦੀ ਆ ਤੇ ਸ਼ਾਇਦ ਹੋ ਸਕਦਾ ਵੀ ਕਾਮਯਾਬ ਵੀ ਹੋ ਜਾਵੇ। ਜੀ, ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰਾਂਗੇ ਕਿ ਥੋੜਾ ਟਾਈਮ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਹੀ ਬੰਬ ਧਮਾਕੇ ਵੀ ਹੁੰਦੇ ਨੇ, ਕੁਝ ਦਿਨ ਪਹਿਲਾਂ ਹੀ ਅਫਵਾਹਾਂ ਵੀ ਉੱਡਦੀਆਂ ਨੇ ਕਿ ਦੁਬਾਰਾ ਤੋਂ ਬੰਬ ਧਮਾਕਾ ਹੋਣ ਵਾਲਾ। ਉਸ ਚੀਜ਼ ਦਾ ਅਸਰ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਹੋਇਆ ਜਾਂ ਅੱਜ ਦੇ ਦਿਨ ਘੱਟ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਜਾਂ ਸ਼ਰਧਾਲੂ ਪਹੁੰਚ ਰਹੇ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਜਿਹੜੀਆਂ ਇਹ ਘਟਨਾਵਾਂ ਵਾਪਰਦੀਆਂ ਨੇ, ਜਿਨ੍ਹਾਂ ਸਿੱਖਾਂ ਨੇ ਜਾਣਾ ਹੁੰਦਾ ਸ਼ਰਧਾ ਦੇ ਵੱਸ ਜਾਂਦੇ ਨੇ, ਉਹਨਾਂ ਤੇ ਕੋਈ ਇਸ ਗੱਲ ਦਾ ਪ੍ਰਭਾਵ ਜਿਹੜਾ ਨਹੀਂ ਪੈਂਦਾ। ਜਿਵੇਂ ਆਪਾਂ ਬਲੂ ਸਟਾਰ ਆਪਰੇਸ਼ਨ ਦੀ ਗੱਲ ਕਰ ਰਹੇ ਹਾਂ, ਜਦੋਂ 3 ਜੂਨ ਨੂੰ 4 ਜੂਨ ਨੂੰ ਵਿੱਚੋਂ ਖੁੱਲ੍ਹ ਮਿਲਦੀ ਹੈ ਤੇ ਉਦੋਂ ਵੀ ਸੰਗਤਾਂ ਉੱਥੇ ਜਾਂਦੀਆਂ ਨੇ ਤੇ ਉਹ ਸਾਰਾ ਪਤਾ ਸੀਗਾ ਵੀ ਫੌਜ ਨੇ ਘੇਰਾ ਪਾਇਆ ਹੋਇਆ, ਤੰਗ ਆ, ਕਿਸੇ ਟਾਈਮ ਤੇ ਵੀ ਗੋਲੀ ਚੱਲ ਸਕਦੀ ਆ, ਕੁਝ ਵੀ ਹੋ ਸਕਦਾ, ਪਰ ਸੰਗਤਾਂ ਫੇਰ ਵੀ ਗਈਆਂ ਨੇ ਕਿਉਂਕਿ ਜਿਹੜੀ ਸ਼ਰਧਾ ਹੁੰਦੀ ਆ ਨਾ, ਉਹ ਇਹਨਾਂ ਗੱਲਾਂ ਤੋਂ ਜਿਹੜਾ ਵਿਸ਼ਵਾਸ ਆ ਟੁੱਟਦਾ ਨਹੀਂ। ਤੇ ਕਈ ਵਾਰ ਸਗੋਂ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਸੰਗਤਾਂ ਦੇ ਵਿੱਚ ਇਹ ਵੀ ਰੋਸ ਹੁੰਦਾ ਵੀ ਜਾਣ ਬੁੱਝ ਕੇ ਜਿਹੜੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਨੇ, ਸਾਨੂੰ ਸਿਰਫ ਰੋਕਣ ਵਾਸਤੇ ਹੀ। ਜਿਹਨੇ ਨਹੀਂ ਹੋਣਾ ਜਾਣਾ ਹੁੰਦਾ ਕਈ ਵਾਰ ਉਹ ਵੀ ਗੁੱਸੇ ਦੇ ਵਿੱਚ ਜਾਂਦਾ ਵਾ ਤੇ ਸਿੱਖਾਂ ਦਾ ਇਹ ਨਹੀਂ ਹੈਗਾ ਵੀ ਉਹਦੇ ਨਾਲ ਹੌਸਲਾ ਜਿਹੜਾ ਵਾ ਪਸਤ ਹੋ ਜਾਂਦਾ ਵੀ ਜਿਨ੍ਹਾਂ ਦੀ ਸ਼ਰਧਾ ਵਾ ਉਹ ਦਰਬਾਰ ਸਾਹਿਬ ਜਾਣੋਂ ਘੱਟ ਕਰ ਦਿੰਦੇ ਨੇ ਜਾਂ ਨਹੀਂ ਜਾਂਦੇ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਜੀ, ਜਲੰਧਰ ਦੇ ਵਿੱਚ ਗੱਲ ਕੀਤੀ ਜਾਏ, ਬਠਿੰਡਾ ਦੇ ਵਿੱਚ ਗੱਲ ਕੀਤੀ ਜਾਏ, ਸੁਰੱਖਿਆ ਪ੍ਰਬੰਧ ਜਿਹੜੇ ਨੇ ਇੱਥੇ ਵੀ ਕੀਤੇ ਗਏ ਨੇ। ਬੇਸ਼ੱਕ ਅੰਮ੍ਰਿਤਸਰ ਦੇ ਵਿੱਚ ਮੇਨ ਸਮਾਗਮ ਹੋ ਰਿਹਾ ਪਰ ਜਿਹੜੀ ਸੁਰੱਖਿਆ ਤੈਨਾਤ ਹੈ, ਚੈਕਿੰਗ ਹੈ, ਇੱਥੇ ਵੀ ਕੀਤੀ ਜਾ ਰਹੀ ਹੈ। ਉਹ ਸਭ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਹੋਣ ਦੇ ਬਾਰੇ ਪਹਿਲਾਂ ਤੋਂ ਹੀ ਕੋਈ ਜਾਣਕਾਰੀ ਮਿਲ ਗਈ ਹੈ ਜਿਸ ਦੇ ਚੱਲਦਿਆਂ ਹੀ ਇਹ ਸਭ ਚੈਕਿੰਗ ਕੀਤੀ ਜਾ ਰਹੀ ਹੈ? ਨਹੀਂ, ਚਲੋ ਜਾਣਕਾਰੀ ਤਾਂ ਸ਼ਾਇਦ ਕੋਈ ਨਾ ਮਿਲੀ ਹੋਵੇ, ਪਰ ਇਹ ਹੈ ਨਾ ਕਈ ਵਾਰ ਇਹ ਹੁੰਦਾ ਵੀ ਜਿਨ੍ਹਾਂ ਨੇ ਸ਼ਰਾਰਤ ਕਰਨੀ ਹੁੰਦੀ ਆ ਜੀ, ਉਹ ਕਈ ਵਾਰ ਕਮਜ਼ੋਰ ਕੜੀ ਦੇਖਦੇ ਆ ਵੀ ਅੰਮ੍ਰਿਤਸਰ ਦੇ ਵਿੱਚ ਇਹ ਘੱਲੂਘਾਰਾ ਦਿਵਸ ਮਨਾਇਆ ਜਾਣਾ ਵਾ, ਉੱਤੇ ਸਾਰੇ ਸੁਰੱਖਿਆ ਦੇ ਪ੍ਰਬੰਧ ਆ ਜਿਹੜੇ ਆ ਸਖਤ ਆ, ਪੁਖਤਾ ਪ੍ਰਬੰਧ ਆ। ਜੇ ਕਿਸੇ ਹੋਰ ਸ਼ਹਿਰ ਦੇ ਵਿੱਚ ਘਾਟਾ ਤਾਂ ਉੱਥੇ ਕੋਈ ਵਾਰਦਾਤ ਕਰ ਦਿੱਤੀ ਜਾਵੇ। ਇਸ ਕਰਕੇ ਜਿਹੜੇ ਪ੍ਰਮੁੱਖ ਸ਼ਹਿਰ ਨੇ ਪੰਜਾਬ ਦੇ, ਉਹਨਾਂ ਦੇ ਵਿੱਚ ਜਿਹੜੀ ਸੁਰੱਖਿਆ ਵਾ ਉਹ ਵਧਾਈ ਦਿੱਤੀ ਜਾਂਦੀ ਆ, ਗਸ਼ਤ ਵੀ ਵਧਾ ਦਿੱਤੀ ਜਾਂਦੀ ਆ, ਚੈਕਿੰਗ ਵੀ ਵਧਾ ਦਿੱਤੀ ਜਾਂਦੀ ਆ। ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ ਕਿਉਂਕਿ ਜਿਹੜੀ ਪ੍ਰਬੰਧ ਦੀ ਸਾਰੀ ਲਾ ਐਂਡ ਆਰਡਰ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਆ ਤੇ ਉਹਨਾਂ ਨੇ ਆਪ ਦੇ ਹਿਸਾਬ ਦੇ ਨਾਲ ਪ੍ਰਬੰਧ ਕਰਨਾ ਹੁੰਦਾ। ਕਈ ਵਾਰ ਉਹਨਾਂ ਦੇ ਕੋਲੇ ਗੁਪਤ ਜਿਹੜੀਆਂ ਖੁਫੀਆ ਰਿਪੋਰਟਾਂ ਵੀ ਹੁੰਦੀਆਂ, ਭਾਵੇਂ ਉਹਨਾਂ ਨੂੰ ਕਈ ਵਾਰ ਜਨਤਕ ਨਹੀਂ ਕਰਦੇ, ਨਾ ਉਹ ਪ੍ਰੈਸ ਦੇ ਵਿੱਚ ਆਉਂਦੀ ਆ, ਨਾ ਆਮ ਪਬਲਿਕ ਨੂੰ ਪਤਾ ਲੱਗਦਾ, ਪਰ ਸਰਕਾਰਾਂ ਦੇ ਜਿਹੜੇ ਵੱਖ-ਵੱਖ ਡਿਪਾਰਟਮੈਂਟ ਹੁੰਦੇ ਨੇ, ਖੁਫੀਆ ਡਿਪਾਰਟਮੈਂਟ ਨੇ, ਉਹਨਾਂ ਦੇ ਕੋਲੇ ਕਈ ਤਰ੍ਹਾਂ ਦੀਆਂ ਇਨਫੋਰਮੇਸ਼ਨ ਹੁੰਦੀਆਂ ਤੇ ਇਨ ਕਰਕੇ
ਅਤਿਆਦ ਵਜੋਂ ਹੀ ਵੀ ਕੋਈ ਘਟਨਾ ਨਾ ਵਾਪਰੇ ਪਹਿਲਾਂ ਹੀ ਜਿਹੜਾ ਪ੍ਰਬੰਧ ਆ ਉਹ ਕਰ ਦਿੱਤੇ ਜਾਂਦੇ ਆ ਜੀ। ਸੋ ਅਗਲੇ ਸਾਲ ਜਿਹੜੇ ਨੇ 40 ਸਾਲ ਹੋ ਜਾਣੇ ਨੇ ਆਪਰੇਸ਼ਨ ਬਲੂ ਸਟਾਰ ਨੂੰ, ਜਾਂ ਘੱਲੂਘਾਰਾ ਦਿਵਸ ਜਿਹੜਾ ਅਸੀਂ ਮਨਾਉਂਦੇ ਆ। ਸੋ ਸਿੱਖ ਸੰਗਤਾਂ ਨੂੰ ਜਿਹੜੀ ਅਪੀਲ ਕੀਤੀ ਗਈ ਹੈ, ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ, ਇਸ ਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਅਗਲੇ ਸਾਲ ਜਿਹੜਾ ਸਮਾਗਮ ਹੋਣਾ ਹੈ ਉਸ ਦੇ ਵਿੱਚ ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੀਆਂ? ਬਿਲਕੁਲ ਜੀ, ਸੰਭਾਵਨਾ ਤਾਂ ਹੈਗੀ ਆ। ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਅਪੀਲ ਬੇਨਤੀ ਕੀਤੀ ਆ, ਵੈਸੇ ਚੰਗੀ ਗੱਲ ਆ। ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਮਿਲ ਕੇ ਬੈਠਣਾ ਚਾਹੀਦਾ, ਵਿਚਾਰ ਕਰਨੀ ਚਾਹੀਦੀ ਆ। ਤੇ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਆ ਜਥੇਦਾਰ ਸਾਹਿਬ ਨੇ ਵੀ ਜੇ ਸਾਰੀਆਂ ਸਿੱਖ ਸੰਗਤਾਂ ਇੱਕ ਹੋ ਕੇ ਇੱਕ ਆਵਾਜ਼ ਦੇ ਵਿੱਚ ਬੋਲਣ ਤੇ ਕੋਈ ਵੀ ਸਰਕਾਰ ਜਿਹੜੀ ਸਾਡੇ ਖਿਲਾਫ ਨਹੀਂ ਚੱਲ ਸਕਦੀ। ਸਰਕਾਰਾਂ ਝੁੱਕ ਕੇ ਸਾਡੇ ਕੋਲ ਆਉਣਗੀਆਂ। ਤੇ ਇਹ ਗੱਲ ਵਾਕਈ ਸੱਚ ਆ ਕਿ ਜਿਹੜੀ ਸਿੱਖਾਂ ਦੀ ਸ਼ਕਤੀ ਆ ਉਹ ਖਿੰਡੀ ਪੁੰਡੀ ਹੋਈ ਆ। ਜਿਹੜੀਆਂ ਸੰਸਥਾਵਾਂ ਨੇ ਹਰੇਕ ਆਪਦੇ ਥਾਂ ਦੇ ਕੰਮ ਕਰ ਰਹੀਆਂ ਨੇ, ਤੇ ਜੇ ਉਹਨਾਂ ਦੀ ਨਸੀਹਤ ਨੂੰ ਜਾਂ ਉਹਨਾਂ ਦੀ ਸਲਾਹ ਨੂੰ ਜਥੇਦਾਰ ਸਾਹਿਬ ਨੂੰ ਮੰਨ ਲੈਂਦੀਆਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਇੱਕ ਆਵਾਜ਼ ਦੇ ਵਿੱਚ ਇੱਕ ਕੋਈ ਵੀ ਗੱਲ ਕਹਿੰਦੀਆਂ ਨੇ ਤੇ ਉਹ ਸਰਕਾਰਾਂ ਨੂੰ ਮੰਨਣੀ ਪੈਂਦੀ ਆ। ਤੇ ਚੰਗੀ ਗੱਲ ਆ ਜੇ ਸਾਰੀਆਂ ਜਥੇਬੰਦੀਆਂ ਵਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਹ ਗੱਲ ਮੰਨ ਲੈਣ, ਸਾਰੀਆਂ ਇੱਕ ਹੋ ਕੇ ਇੱਕ ਤਾਂ ਸਮਾਗਮ ਮਨਾਉਣ, ਦੂਸਰੀ ਉਸ ਟਾਈਮ ਤੇ ਕਿਹੜੀਆਂ ਘਾਟਾਂ ਕਮਜ਼ੋਰੀਆਂ ਰਹੀਆਂ ਨੇ, ਕਿੱਥੋਂ ਕਿਉਂ ਸਾਡਾ ਇੰਨਾ ਨੁਕਸਾਨ ਹੋ ਗਿਆ, ਇਹ ਵੀ ਤਾਂ ਗੱਲ ਸੋਚਣ ਵਾਲੀ ਹੈ ਨਾ। ਹੁਣ ਜਿਹੜੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅੰਦਰ ਖਾੜਕੂ ਸੀ ਉਹਨਾਂ ਦੀਆਂ ਬਹੁਤ ਇੰਟਰਵਿਊ ਆ ਰਹੀਆਂ ਨੇ, ਬੜਾ ਕੁਝ ਸਾਹਮਣੇ ਆ ਰਿਹਾ ਵਾ। ਜਿਹੜੇ ਉਸ ਵੇਲੇ ਫੌਜ ਦੇ ਅਫਸਰ ਸੀ ਉਹਨਾਂ ਵੱਲੋਂ ਵੀ ਕਈ ਕਿਤਾਬਾਂ ਲਿਖੀਆਂ ਗਈਆਂ ਨੇ, ਕਾਫੀ ਜਿਹੜੀ ਅਸਲੀਅਤ ਸਾਹਮਣੇ ਆ ਗਈ ਹੈ। ਪਰ ਫਿਰ ਵੀ ਜਿਹੜਾ ਇੱਕ ਨਤੀਜਾ ਕਰਨਾ ਚਾਹੀਦਾ ਸਿੱਖਾਂ ਨੂੰ ਵੀ ਇਹ ਕਿਉਂ ਹੋਇਆ, ਇੰਨਾ ਸਾਡਾ ਵੱਡਾ ਨੁਕਸਾਨ ਕਿਉਂ ਹੋ ਗਿਆ, ਕਿੱਥੇ ਗਲਤੀਆਂ ਹੋਈਆਂ ਨੇ, ਗਾਂ ਇਹਨਾਂ ਗਲਤੀਆਂ ਤੋਂ ਸਬਕ ਸਿੱਖਣ ਦੀ ਗੱਲ ਹੁੰਦੀ ਆ। ਉਸ ਪਾਸੇ ਨੂੰ ਹਜੇ ਜਿਹੜੀ ਸਿੱਖ ਕੌਮ ਨਹੀਂ ਵਧੀ, ਉਸ ਪਾਸੇ ਨੂੰ ਵੀ ਵਧਣ ਦੀ ਲੋੜ ਆ ਤੇ ਸਿਰ ਜੋੜ ਕੇ ਬੈਠਣ ਦੀ ਲੋੜ ਆ, ਇਕੱਠੇ ਹੋਣ ਦੀ ਵੀ ਲੋੜ ਆ। ਜੇ ਅਕਾਲ ਤਖਤ ਦੇ ਜਥੇਦਾਰ ਦੀ ਅਪੀਲ ਬੇਨਤੀ ਨਹੀਂ ਮੰਨਦੀਆਂ ਜਿਹੜੀਆਂ ਸਿੱਖ ਸੰਗਤਾਂ ਜਾਂ ਸਿੱਖ ਜਥੇਬੰਦੀਆਂ, ਤੇ ਮੈਂ ਸਮਝਦਾ ਇਹ ਵੀ ਚੰਗੀ ਗੱਲ ਨਹੀਂ ਹੈਗੀ। ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਅਪੀਲ ਆ ਉਹ ਤੇ ਸਿੱਖਾਂ ਨੂੰ ਅਮਲ ਕਰਨਾ ਚਾਹੀਦਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹੜੇ-ਕਿਹੜੇ ਐਸੇ ਮੁੱਦਿਆਂ ਤੇ ਹੁਣ ਧਿਆਨ ਦੇਣ ਦੀ ਲੋੜ ਹੈ ਕਿ ਅਗਲੇ ਸਾਲ ਅਗਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਗਲੇ ਸਾਲ ਐਸੇ ਕਿਹੜੇ ਮੁੱਦਿਆਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਇਹ ਜਿਹੜੀ ਬਰਸੀ ਅਸੀਂ ਮਨਾਉਂਦੇ ਆ ਉਹ ਸਹੀ ਤੇ ਸੁਖਾਵੇਂ ਢੰਗ ਦੇ ਨਾਲ ਹੋ ਜਾਏ? ਵੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਸੁਰੱਖਿਆ ਪੱਖੋਂ ਲੋੜ ਹੁੰਦੀ ਆ। ਫਿਰ ਇਹ ਆ ਵੀ ਸੰਗਤਾਂ ਕੀ ਚਾਹੁੰਦੀਆਂ ਨੇ ਉਹਦੇ ਵੱਲ ਧਿਆਨ ਦੀ ਲੋੜ ਦੇਣ ਦੀ ਲੋੜ ਆ। ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਨੇ ਉਹਨਾਂ ਨੂੰ ਸੁਧਾਰਨ ਦੀ ਲੋੜ ਆ। ਜੇ ਸਾਰੇ ਪ੍ਰਬੰਧ ਅੱਜ ਤੱਕ ਸਹੀ ਢੰਗ ਨਾਲ ਸ਼੍ਰੋਮਣੀ ਕਮੇਟੀ ਚੱਲਦੀ ਤੇ ਸ਼ਾਇਦ ਜਿਹੜੀ ਆਵਾਜ਼ ਉੱਠ ਰਹੀ ਆ ਸਿੱਖ ਸੰਗਤਾਂ ਦੇ ਵਿੱਚ ਕਿ ਅਕਾਲੀ ਦਲ ਤੋਂ ਜਿਹੜਾ ਪ੍ਰਬੰਧ ਹੋਇਆ ਜਾਵੇ ਨਾ ਉੱਠਦੀ। ਤੇ ਇਸ ਕਰਕੇ ਬੜੇ ਜ਼ਿਆਦਾ ਧਿਆਨ ਮੰਗਦੀ ਆ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਆ, ਉਹਨਾਂ ਨੂੰ ਉਸ ਪਾਸੇ ਜਿਹੜੇ ਆ ਆਪਣਾ ਧਿਆਨ ਦੇਣਾ ਚਾਹੀਦਾ। ਫਿਰ ਸਿੱਖ ਕੀ ਸੋਚਦੇ ਨੇ, ਸਿੱਖ ਦੀ ਜਵਾਨੀ ਕੀ ਸੋਚਦੀ ਹੈ, ਤੇ ਉਹਨੂੰ ਕਿਸ ਤਰ੍ਹਾਂ ਜਿਹੜਾ ਵਾ ਇਤਿਹਾਸ ਤੋਂ ਜਾਂ ਆਪਣੇ ਵਿਰਸੇ ਤੋਂ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਵੀ ਜਾਣੂ ਕਰਾਉਣ ਦੀ ਲੋੜ ਆ। ਕਈ ਗੱਲਾਂ ਹੁੰਦੀਆਂ ਵੀ ਉਹ ਸਹੀ ਢੰਗ ਦੇ ਨਾਲ ਦੱਸੀਆਂ ਨਹੀਂ ਜਾਂਦੀਆਂ। ਫਿਰ ਜਿਸ ਤਰ੍ਹਾਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਕਈ ਵਾਰ ਆਪਣੇ ਕੋਲੇ ਜਿਹੜੀਆਂ ਘਟਨਾਵਾਂ ਹੁੰਦੀਆਂ ਵਾ, ਜਿਹੜੀਆਂ ਸੂਚਨਾਵਾਂ ਹੁੰਦੀਆਂ ਉਹ ਸਹੀ ਰੂਪ ਹੀ ਨਹੀਂ ਬਦਲਦੀਆਂ, ਪਹੁੰਚਦੀਆਂ ਨਹੀਂ ਆਪਣੇ ਕੋਲੇ। ਤੇ ਆਪਣੇ ਕੋਲੇ ਜਿਸ ਤਰ੍ਹਾਂ ਵੀ ਪਹੁੰਚਦੀਆਂ ਨੇ ਆਪਾਂ ਉਹਨਾਂ ਤੋਂ ਆਪਦਾ ਮਨ ਜਿਹੜਾ ਬਣਾ ਲੈਂਦੇ ਆ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵੀ ਫਰਜ਼ ਬਣਦਾ ਵੀ ਜਿਹੜੀ ਸਹੀ ਜਾਣਕਾਰੀ ਆ, ਭਾਵੇਂ ਬਲੂ ਸਟਾਰ ਆਪਰੇਸ਼ਨ ਬਾਰੇ ਹੋਵੇ ਜਾਂ ਹੋਰ ਵੀ ਆ, ਉਹ ਸੰਗਤਾਂ ਦੇ ਤੱਕ ਪਹੁੰਚਾਈ ਜਾਵੇ ਤਾਂ ਕਿ ਜਿਹੜੇ ਖਾਸ ਕਰਕੇ ਜਿਹੜਾ ਯੂਥ ਆ ਉਹ ਵੀ ਸਹੀ ਨਿਰਣਾ ਕਰ ਸਕਣ। ਫਿਰ ਇਹ ਵੀ ਵਿਚਾਰ ਕਰਨ ਦੀ ਬੜੀ ਵੱਡੀ ਲੋੜ ਆ। ਜਿਸ ਤਰ੍ਹਾਂ ਹੁਣ ਵੀ ਖਾਲਿਸਤਾਨ ਦੇ ਨਾਅਰੇ ਲੱਗੇ, ਕੀ ਖਾਲਿਸਤਾਨ ਜਿਹੜਾ ਸਿੱਖਾਂ ਦੇ ਹੱਕ ਦੇ ਵਿੱਚ ਆ ਕਿ ਵਿਰੋਧ ਦੇ ਵਿੱਚ ਆ? ਜਦੋਂ ਆਪਾਂ ਸਿੱਖਾਂ ਦੀ ਆਮ ਜਿਹੜੀ ਆ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਆ ਜਾਂ ਬਹੁਤੇ ਸਿੱਖ ਜਿਹੜੇ ਇਸ ਦੇ ਹੱਕ ਦੇ ਵਿੱਚ ਨਹੀਂ, ਤੇ ਫਿਰ ਕਿਉਂ ਵਾਰ-ਵਾਰ ਜਿਹੜੇ ਇਹ ਨਾਅਰੇ ਲਾਏ ਜਾਂਦੇ ਨੇ? ਇਸ ਮਸਲੇ ਤੇ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਸੋਚਣ ਦੀ ਲੋੜ ਆ। ਤੇ ਜੇ ਉੱਤੇ ਇੱਕ ਮੁੱਠ ਹੋ ਕੇ ਜੇ ਕੋਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੀ ਸੰਦੇਸ਼ ਆ ਜਾਂਦਾ ਵੀ ਨਹੀਂ ਆਪਾਂ ਆਹ ਨਾਅਰਾ ਨਹੀਂ ਲਾਉਣਾ, ਕਿਉਂਕਿ ਬੜੇ ਵੱਡੇ ਮਸਲੇ ਨੇ। ਅਜੇ ਬੰਦੀ ਸਿੰਘਾਂ ਦਾ ਮਸਲਾ ਵਾ, ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਦੀ ਗੱਲ ਆ, ਹੋਰ ਵੀ ਬੜੇ ਮਸਲੇ ਨੇ ਸਿੱਖਾਂ ਦੇ, ਉਹਨਾਂ ਦੇ ਵੱਲ ਜਿਹੜਾ ਧਿਆਨ ਕੇਂਦਰਿਤ ਕਰਨ ਦੀ ਲੋੜ ਆ। ਉਹ ਤਾਂ ਹੀ ਕੇਂਦਰਿਤ ਹੋ ਸਕਦਾ ਵਾ ਜੇ ਸਾਰੇ ਇੱਕ ਮੰਚ 'ਤੇ ਇਕੱਠੇ ਹੋਣਗੇ।
बिल्कुल जी। और अज 6 जून का दिन है, ऑपरेशन ब्लू स्टार अज के दिन बरसी असी मना रहे हैं। 6 जून 1984 ਨੂੰ ਘੱਲੂਘਾਰਾ ਜਿਹੜਾ ਹੈ ਉਹ ਵਾਪਰਿਆ ਸੀਗਾ ਅਕਾਲ ਤਖਤ ਸਾਹਿਬ ਵਿਖੇ। ਸੋ ਇਸ ਮੁੱਦੇ ਤੇ ਅੱਜ ਗੱਲ ਕੀਤੀ ਹੈ। ਸਿੱਖ ਸੰਗਤਾਂ ਜਿਹੜੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਨਤਮਸਤਕ ਹੋਈਆਂ ਨੇ, ਅਰਦਾਸ ਕੀਤੀ ਗਈ ਉਹਨਾਂ ਦੇ ਵੱਲੋਂ। ਸੋ ਇਹ ਦਿਨ जो बहुत शांतिपूर्वक नेपरे चढ़िया, इस तरह अगे भी आने वाले सालों के विच ये दिन इवें ही नेपरे चढ़ता रहे।